ज्यों सुपना अर पेखना, ऐसे जग कौ जान। इनमै कछ साचो नहीं, नानक बिन भगवान। इनमै कछ साचो नहीं, नानक बिन भगवान। परम सन्मानयोग जुगो जुग अटल, कुल कायनात दे रहबर, शीतलता दे सोमे, दया दे खजाने, परम कृपालु पातशाह, धन धन सतगुरु गुरु ग्रंथ साहिब महाराज जी की पावन हजूरी अंदर जुड़ के खसम की बाणी का रस भिन्ना कीर्तन सरवण कर रही साध संगत जी, सतगुरां दी अपार रहमत सदका ही पावन हजूरी अंदर जुड़ बैठण दा सुभाग समा प्राप्त होया। आओ साध संगत, जिथे बड़े प्यार दे नाल कीर्तन दे विच हाजरी लवाई है, उत्थे कुछ को समा नवें पातशाह धन गुरु तेग बहादुर महाराज जी दे पावन सलोकां दी विचार लड़ी अगे तोरदियां होयां, जो अज दा पावन सलोक है, ज्यों सुपना अर पेखना, ऐसे जग कौ जान। इनमै कछ साचो नहीं, नानक बिन भगवान। ये 23वां श्लोक है, 23rd श्लोक है। इस पावन श्लोक की विचार आप सरबत संगत नाल सांझी करनी है। विचारां दी प्रारंभता तो पहला दसम पातशाह वल्लों बख्शी फतेह दी सांझ पाइए। सारे ही प्यार सत्कार नाल बुलाओ जी, वाहिगुरु जी का खालसा, वाहिगुरु जी की फतेह। साध संगत, एक गल याद रखना, जदों तुसीं गुरु ग्रंथ साहिब महाराज जी का पाठ करोगे तां तुहानूं ऐसे वचन सतगुरां दे पढ़न नूं नसीब होणगे जिन्हां दे विच सतगुरु जी एक बड़ी प्यारी गल समझा रहे ने। पातशाह जी कहंदे, ऐ जिहड़ा संसार है ना, ਇਹ ਸੰਸਾਰ ਇਦਾਂ ਕਹਿ ਲਈਏ ਕਿ ਇੱਕ ਖੇਡ ਦਾ ਮੈਦਾਨ ਹੈ, ਖੇਡ ਦਾ ਮੈਦਾਨ। ਤੇ ਇਸ ਮੈਦਾਨ ਦੇ ਵਿੱਚ ਜਿਹੜੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ, ਇਹ ਖਿਡਾਰੀ ਦੀ ਤਰ੍ਹਾਂ ਨੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਸੰਸਾਰ ਰੂਪੀ ਮੈਦਾਨ ਦੇ ਵਿੱਚ ਆ ਕੇ ਜਿੱਤਦਾ ਕੌਣ ਹੈ ਤੇ ਹਾਰਦਾ ਕੌਣ ਹੈ? ਜਿਹੜਾ ਤਾਂ ਜਿੱਤ ਰਿਹਾ ਹੈ ਜਾਂ ਜਿਹੜਾ ਜਿੱਤ ਦੇ ਰਾਹ ਦੇ ਉੱਤੇ ਚੱਲਦਾ ਪਿਆ ਏ, ਉਸ ਨੂੰ ਤਾਂ ਸਤਿਗੁਰਾਂ ਨੇ ਗੁਰਮੁਖ ਕਹਿ ਦਿੱਤਾ। ਜਿਹੜਾ ਹਾਰ ਰਿਹਾ ਹੈ ਜਾਂ ਹਾਰ ਗਿਆ, ਉਸ ਨੂੰ ਸਤਿਗੁਰਾਂ ਨੇ ਮਨਮੁਖ ਕਹਿ ਦਿੱਤਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਿਓ ਸ੍ਰੀ ਰਾਗ ਦੇ ਵਿੱਚੋਂ, ਉੱਥੇ ਸਤਿਗੁਰਾਂ ਨੇ ਇਸ ਖੇਡ ਮੈਦਾਨ ਦੀ ਗੱਲ ਕਰਦਿਆਂ ਹੋਇਆਂ ਬਚਨ ਕਹੇ, ਕਹਿਣ ਲੱਗੇ, ਇਸ ਮੈਦਾਨ ਦੇ ਵਿੱਚੋਂ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਜਿਹੜੇ ਨੇ ਉਹ ਲਾਹਾ ਲੈ ਗਏ। ਲਾਹਾ ਲੈਣ ਦਾ ਮਤਲਬ ਇੱਥੇ ਇਹ ਬਚਨ ਆਪਨੇ ਕਈ ਵਾਰ ਕੀਰਤਨ ਰੂਪ ਵਿੱਚ ਵੀ ਸਰਵਣ ਕੀਤਾ ਹੋਵੇਗਾ। ਇੱਥੇ ਲਾਹਾ ਲੈਣ ਦਾ ਮਤਲਬ ਹੈ ਕਿ ਜਿਹੜਾ ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਉਹ ਖਿਡਾਰੀ ਜਿਸ ਨੇ ਗੇਮ ਨੂੰ, ਜਿਸ ਨੇ ਖੇਡ ਨੂੰ ਜਿੱਤ ਲਿਆ। ਹੁਣ ਦੇਖੋ, ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਕ੍ਰਿਕਟ ਬਹੁਤ ਫੇਮਸ ਹੈ।
ਜੇਕਰ ਯੂਰਪ ਕੰਟਰੀਜ਼ ਦੀ ਗੱਲ ਕਰੀਏ ਤੇ ਉੱਥੇ ਸੌਕਰ ਫੁੱਟਬਾਲ ਬੜਾ ਫੇਮਸ ਹੈ। ਤੇ ਜੇਕਰ ਆਪਾਂ ਇੱਕ ਫੁੱਟਬਾਲ ਜਿਹੜੀ ਗੇਮ ਹੈ ਉਹਦੀ ਐਗਜ਼ਾਮਪਲ ਲੈ ਲਈਏ ਤੇ ਇਹ ਬਚਨ ਜਿਹੜੇ ਸਤਿਗੁਰੂ ਜੀ ਸਾਡੀ ਝੋਲੀ 'ਚ ਪਾ ਰਹੇ ਨੇ ਉਹ ਸਾਨੂੰ ਥੋੜਾ ਆਸਾਨੀ ਦੇ ਨਾਲ ਵੀ ਕਹਿਣਾ ਅੰਡਰਸਟੈਂਡ ਈਜ਼ਲੀ। ਸਾਰਿਆਂ ਨੂੰ ਪਤਾ ਹੈ ਕਿ ਜਦੋਂ ਫੁੱਟਬਾਲ ਦੀ ਗੇਮ ਸਟਾਰਟ ਹੁੰਦੀ ਹੈ, ਦੋ ਟੀਮਾਂ ਨੇ, ਇੱਕ ਮੈਦਾਨ ਹੈ, ਦੋ ਗੋਲ ਪੋਸਟਸ ਨੇ, ਨਾਲ ਇੱਕ ਰੈਫਰੀ ਹੁੰਦਾ ਹੈ। ਹੁਣ ਸਾਧ ਸੰਗਤ ਇੱਥੇ ਡਿਪੈਂਡ ਕਰਦਾ ਏ, ਆਪਣੇ ਅੰਦਰ ਝਾਤ ਮਾਰਨੀ ਪਏਗੀ ਸਾਨੂੰ ਕਿ ਅਸੀਂ, ਪਰਮਾਤਮਾ ਨੇ ਸਾਨੂੰ ਬਣਾ ਕੇ ਭੇਜਿਆ ਸੀ ਖਿਡਾਰੀ, ਪਲੇਅਰ, ਤੇ ਕਿਤੇ ਅਸੀਂ ਰੈਫਰੀ ਤਾਂ ਬਣ ਕੇ ਨਹੀਂ ਰਹਿ ਗਏ। ਦੇਖੋ ਰੈਫਰੀ ਦਾ ਰੋਲ ਵੀ ਬੜਾ ਹੈ ਗੇਮ ਦੇ ਵਿੱਚ, ਪਰ ਇੱਥੇ ਆਪਾਂ ਜਿਹੜਾ ਪੁਆਇੰਟ ਵਾਚਣਾ ਹੈ ਉਹ ਇਹ ਹੈ, ਇਹ ਸਾਨੂੰ ਵਿਚਾਰਨਾ ਪਏਗਾ, ਆਪਣੇ ਅੰਦਰ ਧਿਆਨ ਮਾਰਨਾ ਪਏਗਾ ਕਿ ਅਸੀਂ ਕਿਤੇ ਰੈਫਰੀ ਬਣ ਕੇ ਤਾਂ ਨਹੀਂ ਰਹਿ ਗਏ। ਸਾਰਿਆਂ ਨੂੰ ਪਤਾ ਹੈ ਜਿਹੜਾ ਪਲੇਅਰ ਹੈ ਉਹਦੇ ਸਾਹਮਣੇ ਗੋਲ ਪੋਸਟ ਹੈ, ਨਿਸ਼ਾਨਾ ਉਹਦਾ ਹੈ ਕਿ ਉਹ ਬਾਲ ਜਿਹੜੀ ਹੈ ਉਹਨੂੰ ਗੋਲ ਦੇ ਵਿੱਚ ਲਗਾਇਆ ਜਾਏ, ਗੋਲ ਕੀਤਾ ਜਾਏ। ਉਹਦੇ ਸਾਹਮਣੇ ਇੱਕ ਡੈਸਟੀਨੇਸ਼ਨ ਹੈ, ਉਹਦੀ ਮੰਜ਼ਿਲ ਹੈ ਜਿੱਥੇ ਉਸਨੇ ਪਹੁੰਚਣਾ ਹੈ, ਜਿੱਥੇ ਉਸਨੂੰ ਜਾ ਕੇ ਸਫਲਤਾ ਮਿਲਣੀ ਹੈ। ਉਹ ਪਲੇਅਰ ਦੌੜਦਾ ਹੈ ਆਪਣੀ ਮੰਜ਼ਿਲ ਵੱਲ, ਪਰ ਤੁਸੀਂ ਦੇਖਦੇ ਹੋ ਰੈਫਰੀ ਵੀ ਤਾਂ ਦੌੜ ਰਿਹਾ ਹੈ। ਜਿਸ ਤਰਫ ਬਾਲ ਜਾ ਰਹੀ ਹੈ ਉਸ ਬਾਲ ਦੇ ਨਾਲ ਨਾਲ ਉਹਨਾਂ ਪਲੇਅਰਸ ਦੇ ਨਾਲ ਨਾਲ ਰੈਫਰੀ ਵੀ ਦੌੜਦਾ ਪਿਆ, ਕਦੇ ਇਸ ਸਾਈਡ ਤੇ ਦੌੜ ਕੇ ਜਾਂਦਾ ਹੈ, ਕਦੇ ਉਸ ਸਾਈਡ ਤੇ ਜਾਂਦਾ ਹੈ। ਪਰ ਖਿਡਾਰੀ ਦੇ ਵਿੱਚ, ਪਲੇਅਰ ਦੇ ਵਿੱਚ ਤੇ ਰੈਫਰੀ ਦੇ ਵਿੱਚ ਵੱਡਾ ਡਿਫਰੈਂਸ ਕੀ ਹੈ ਕਿ ਪਲੇਅਰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ, ਰੈਫਰੀ ਦੀ ਮੰਜ਼ਿਲ ਕੋਈ ਨਹੀਂ। ਪਲੇਅਰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ, ਰੈਫਰੀ ਦੀ ਮੰਜ਼ਿਲ ਕੋਈ ਨਹੀਂ, ਉਹਦਾ ਨਿਸ਼ਾਨਾ ਕੋਈ ਨਹੀਂ। ਉਹਦਾ ਕੰਮ ਕੀ ਹੈ? ਉਸ ਰੈਫਰੀ ਨੇ ਗਲਤੀਆਂ ਨੂੰ ਪਕੜਨਾ ਹੈ, ਮਿਸਟੇਕਸ ਨੋਟ ਕਰਨੀਆਂ ਨੇ। ਉਹ ਕਦੇ ਤੁਹਾਨੂੰ ਪਤਾ ਹੈ ਯੈਲੋ ਕਾਰਡ, ਕਦੇ ਰੈੱਡ ਕਾਰਡ ਦਿਖਾ ਦਿੰਦਾ ਹੈ ਖਿਡਾਰੀਆਂ ਨੂੰ, ਬਾਹਰ ਵੀ ਕੱਢ ਦਿੰਦਾ ਹੈ ਗੇਮ ਦੇ ਵਿੱਚੋਂ। ਇੰਨਾ ਕੁ ਉਹਦਾ ਕੰਮ ਹੈ, ਦੌੜਦਾ ਪਿਆ ਹੈ, ਪਰ ਉਹਦਾ ਕੰਮ ਇਹ ਨਹੀਂ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚੇ। ਮੰਜ਼ਿਲ ਤਾਂ ਉਹਦੀ ਗੇਮ ਦੇ ਵਿੱਚ ਹੈ ਕੋਈ ਨਹੀਂ, ਉਹ ਸਿਰਫ ਗਲਤੀਆਂ ਪਕੜਦਾ ਪਿਆ ਹੈ। ਤੇ ਕਿਤੇ ਅਸੀਂ ਰੈਫਰੀ ਤਾਂ ਨਹੀਂ ਬਣ ਗਏ? ਆਪਣੇ ਅੰਦਰ ਅਸੀਂ ਝਾਤ ਨਹੀਂ ਮਾਰਦੇ, ਹੋਰਾਂ ਦੀਆਂ ਗਲਤੀਆਂ ਦੇ ਵੱਲ ਸਾਡਾ ਧਿਆਨ ਬੜੀ ਛੇਤੀ ਜਾਂਦਾ ਹੈ। ਰੈਫਰੀ ਜੋ ਬਣ ਗਏ ਨਾ, ਤੇ ਜਦੋਂ ਤੱਕ ਰੈਫਰੀ ਬਣੇ ਰਵਾਂਗੇ ਉਦੋਂ ਤੱਕ ਮੰਜ਼ਿਲ ਨਹੀਂ ਮਿਲਣੀ। ਕਿਉਂ? ਕਿਉਂਕਿ ਰੈਫਰੀ ਦੀ ਤਾਂ ਮੰਜ਼ਿਲ ਹੀ ਕੋਈ ਨਹੀਂ। ਰੈਫਰੀ ਪਹੁੰਚੇਗਾ ਕਿੱਥੇ? ਉਹ ਗਰਾਊਂਡ ਦੇ ਆਸੇ-ਪਾਸੇ ਚੱਕਰ ਜ਼ਰੂਰ ਲਗਾ ਰਿਹਾ ਹੈ, ਦੌੜਦਾ ਪਿਆ ਬੜੀ ਤੇਜ਼ੀ ਦੇ ਨਾਲ, ਪਰ ਦੁੱਖ ਦੀ ਗੱਲ ਹੈ ਕਿ ਉਹ ਪਹੁੰਚੇਗਾ ਕਿਤੇ ਨਹੀਂ। ਕਿਉਂ ਨਹੀਂ ਪਹੁੰਚੇਗਾ? ਕਿਉਂਕਿ ਉਹਦੇ ਸਾਹਮਣੇ ਮੰਜ਼ਿਲ ਹੀ ਕੋਈ ਨਹੀਂ। ਤੇ ਸਾਧ ਸੰਗਤ ਕਿਤੇ ਅਸੀਂ ਰੈਫਰੀ ਬਣ ਕੇ ਨਾ ਰਹਿ ਜਾਈਏ। ਜੇ ਰੈਫਰੀ ਬਣ ਗਏ ਤੇ ਘੁੰਮਦੇ ਰਵਾਂਗੇ ਕਦੇ ਇੱਧਰ ਕਦੇ ਉੱਧਰ, ਪਰ ਮੰਜ਼ਿਲ ਨਹੀਂ ਜੇ ਮਿਲਣੀ। ਸਤਿਗੁਰੂ ਜੀ ਕਹਿੰਦੇ ਤੈਨੂੰ ਖਿਡਾਰੀ ਬਣਾ ਕੇ ਭੇਜਿਆ ਹੈ ਤੇ ਖਿਡਾਰੀ ਦੀ ਕੋਈ ਮੰਜ਼ਿਲ ਹੁੰਦੀ ਹੈ, ਇਸੇ ਕਰਕੇ ਤੈਨੂੰ ਖਿਡਾਰੀ ਬਣਾਇਆ ਹੈ, ਪਲੇਅਰ ਬਣਾਇਆ ਹੈ। ਤੂੰ ਆਪਣੀ ਮੰਜ਼ਿਲ ਵੱਲ ਵੱਧ। ਤੇ ਜਿਹੜੇ ਵਧਣਾ ਸ਼ੁਰੂ ਕਰਦੇ ਨੇ ਉਹਨਾਂ ਨੂੰ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਹੈ ਗੁਰਮੁਖ। ਤੇ ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਲਾਹਾ ਲੈ ਗਏ, ਉਹ ਜਿੱਤ ਜਾਂਦਾ ਹੈ। ਉਹ ਆਪਣੇ ਜੀਵਨ ਦੀ ਇਸ ਖੇਡ ਨੂੰ, ਜੀਵਨ ਦੀ ਇਸ ਬਾਜੀ ਨੂੰ ਜਿੱਤ ਜਾਂਦਾ ਹੈ। ਯਾਦ ਰਹੇ, ਸੰਸਾਰ ਇੱਕ ਖੇਡ ਦਾ ਮੈਦਾਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਬਚਨ ਵੀ ਤੁਸੀਂ ਪੜ੍ਹਦੇ ਹੋਵੋਗੇ। ਉਹਨਾਂ ਨੇ ਬਚਨ ਕਿਹਾ, ਕਹਿੰਦੇ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਤਮਾਸ਼ਾ। ਤੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਲੋਕ, ਜਿਉਂ ਸੁਪਨਾ ਅਰ ਪੇਖਣਾ। ਜਿਹੜਾ ਪੇਖਣਾ ਲਫ਼ਜ਼ ਹੈ ਨਾ ਸਾਧ ਸੰਗਤ, ਇਹਦੇ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਅਰਥ ਕੀਤੇ ਨੇ। ਸੁਪਨੇ ਦਾ ਮਤਲਬ ਸਾਨੂੰ ਪਤਾ ਹੈ ਡ੍ਰੀਮ, ਜਿਹੜੇ ਅਸੀਂ ਰਾਤ ਨੂੰ ਦੇਖਦੇ ਸੁੱਤੇ ਪਏ ਹੁੰਨੇ ਆ ਤੇ ਸੁਪਨਾ ਚੱਲ ਰਿਹਾ ਹੁੰਦਾ, ਡ੍ਰੀਮ ਚੱਲ ਰਿਹਾ ਹੁੰਦਾ। ਪੇਖਣਾ ਦਾ ਮਤਲਬ ਕੁਝ ਵਿਦਵਾਨਾਂ ਨੇ ਕੀਤਾ ਹੈ ਕਿ ਪਦਾਰਥਾਂ ਨੂੰ ਦੇਖਣਾ, ਪਦਾਰਥਾਂ ਨੂੰ, ਜਿਹੜੀਆਂ ਸਾਡੇ ਘਰਾਂ ਦੇ ਵਿੱਚ ਥਿੰਗਸ ਪਈਆਂ ਨੇ ਉਹਨਾਂ ਨੂੰ ਦੇਖਣਾ, ਸੰਸਾਰ ਦੇ ਪਦਾਰਥ। ਕੁਝ ਵਿਦਵਾਨਾਂ ਨੇ ਪੇਖਣਾ ਦਾ ਮਤਲਬ ਕੀਤਾ ਹੈ ਤਮਾਸ਼ਾ। ਤਮਾਸ਼ਾ ਸਮਝਦੇ ਹੋ? ਪਲੇ, ਡਰਾਮਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਇਹ ਜਗਤ ਦਾ ਤਮਾਸ਼ਾ ਦੇਖਣ ਆਇਆ। ਇਹਦਾ ਮਤਲਬ, ਹੁਣ ਦੇਖੋ ਫੁੱਟਬਾਲ ਦੀ ਗੇਮ ਚੱਲਦੀ ਪਈ ਹੈ, ਆਡੀਅנס ਬਾਹਰ ਬੈਠੀ ਹੈ, ਦਰਸ਼ਕ ਬਾਹਰ ਬੈਠੇ ਦੇਖਦੇ ਪਏ ਨੇ, ਤਮਾਸ਼ਾ ਦੇਖਦੇ ਪਏ ਨੇ, ਖੇਡ ਦੇਖਦੇ ਪਏ ਨੇ। ਸਤਿਗੁਰੂ ਜੀ ਕਹਿੰਦੇ ਇਹ ਖੇਡ ਹੈ, ਇਹ ਖੇਡ ਦਾ ਮੈਦਾਨ ਖੁੱਲਾ ਪਿਆ ਏ, ਖਿਡਾਰੀ ਖੇਡਦੇ ਪਏ ਨੇ ਆਪਣੀ ਆਪਣੀ ਗੇਮ,
ਪਰ ਜਿੱਤਦਾ ਉਹ ਹੈ ਜਿਸ ਨੂੰ ਆਪਣੀ ਮੰਜ਼ਿਲ ਦਾ ਪਤਾ ਹੈ, ਜਿਹੜਾ ਆਪਣੀ ਮੰਜ਼ਿਲ ਵੱਲ ਵਧਣਾ ਸਟਾਰਟ ਕਰਦਾ ਹੈ। ਤੇ ਮੰਜ਼ਿਲ ਵੱਲ ਵਧਣ ਦੇ ਲਈ ਜ਼ਰੂਰੀ ਹੈ ਕਿ ਸਾਹਮਣੇ ਤੁਹਾਨੂੰ ਤੁਹਾਡਾ ਨਿਸ਼ਾਨਾ ਨਜ਼ਰ ਆਉਣਾ ਚਾਹੀਦਾ ਹੈ। ਜਿਸ ਨੂੰ ਨਿਸ਼ਾਨੇ ਦਾ ਨਹੀਂ ਪਤਾ, ਜਿਸ ਨੂੰ ਮੰਜ਼ਿਲ ਦਾ ਨਹੀਂ ਪਤਾ, ਉਹ ਵਧੇਗਾ ਕਿਸ ਤਰਫ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੈਂ ਦੇਖਣ ਆਇਓ ਜਗਤ ਤਮਾਸ਼ਾ, ਮੈਂ ਜਗਤ ਦਾ ਤਮਾਸ਼ਾ ਦੇਖਣ ਆਇਆ। ਤੇ ਜੇਕਰ ਆਪਾਂ ਇਦਾਂ ਕਹਿ ਲਈਏ ਨਾ ਕਿ ਸਤਿਗੁਰੂ ਜੀ ਜਦੋਂ ਤਮਾਸ਼ੇ ਨੂੰ ਦੇਖਦੇ ਪਏ ਹੋਣਗੇ ਤਾਂ ਉਹ ਸੋਚਦੇ ਜ਼ਰੂਰ ਹੋਣਗੇ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਬਣਾਇਆ ਕੀ ਤੇ ਬਣ ਕੇ ਕੀ ਬਹਿ ਗਿਆ। ਪ੍ਰਮਾਤਮਾ ਨੇ ਤਾਂ ਇੱਕ ਖਿਡਾਰੀ ਬਣਾ ਕੇ ਭੇਜਿਆ, ਪਰ ਇਹ ਇਨਸਾਨ ਤਾਂ ਕੁਝ ਹੋਰ ਦਾ ਹੋਰ ਹੀ ਬਣ ਗਿਆ। ਇਹਨੂੰ ਆਪਣੇ ਗੁਨਾਹ, ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ, ਪਰ ਕਿਸੇ ਦੂਸਰੇ ਦੀ ਛੋਟੀ ਜਿਹੀ ਗਲਤੀ ਵੀ ਇਹਨੂੰ ਬੜੀ ਛੇਤੀ ਨਜ਼ਰ ਆ ਜਾਂਦੀ ਹੈ। ਤੇ ਕਮਾਲ ਦੀ ਗੱਲ ਇਹ ਵੀ ਹੈ, ਇਹ ਇਨਸਾਨ ਭਲਾਈ ਯਾਦ ਨਹੀਂ ਜੀ ਰੱਖਦਾ। ਤੁਸੀਂ ਕਿਸੇ ਦੇ ਨਾਲ ਚੰਗਾ ਕਰੋ, ਉਹ ਕੀਤਾ ਹੋਇਆ ਚੰਗਾ 1-2 ਦਿਨ, 4 ਦਿਨ ਜਾਂ ਹਫ਼ਤਾ, 10 ਦਿਨ ਯਾਦ ਰਹੇਗਾ, ਭੁੱਲ ਜਾਏਗਾ। ਪਰ ਕਿਸੇ ਦੇ ਨਾਲ ਤੁਸੀਂ ਥੋੜਾ ਜਿਹਾ ਮਾੜਾ ਕਰਕੇ ਦੇਖੋ, ਉਹ ਰਹਿੰਦੇ ਸਾਹਾਂ ਤੱਕ ਤੁਹਾਡੀ ਉਸ ਗਲਤੀ ਕਹਿ ਲਈਏ ਜਾਂ ਜੋ ਤੁਸੀਂ ਮਾੜਾ ਕੀਤਾ ਉਹਨੂੰ ਭੁੱਲੇਗਾ ਨਹੀਂ। ਚੰਗਿਆਈ ਛੇਤੀ ਭੁੱਲ ਜਾਂਦੀ ਹੈ, ਬੁਰਾਈ ਨਹੀਂ ਜੇ ਛੇਤੀ ਭੁੱਲਦੀ, ਨਹੀਂ ਦਿਮਾਗ ਚੋਂ ਨਿਕਲਦੀ। ਸਤਿਗੁਰੂ ਜੀ ਕਹਿੰਦੇ, ਮੈਂ ਦੇਖਦਾ ਕੀ ਹਾਂ ਕਿ ਸਾਰੇ ਸੰਸਾਰ ਦੇ ਲੋਕ ਜਿਹੜੇ ਖਿਡਾਰੀ ਪ੍ਰਮਾਤਮਾ ਨੇ ਭੇਜੇ ਸਨ, ਇਹ ਤਾਂ ਕੁਝ ਹੋਰ ਦੇ ਹੋਰ ਹੀ ਬਣ ਕੇ ਬਹਿ ਗਏ। ਇਹਨਾਂ ਨੂੰ ਤਾਂ ਆਪਣੀ ਮੰਜ਼ਿਲ ਹੀ ਭੁੱਲ ਗਈ। ਤੇ ਜੇ ਮੰਜ਼ਿਲ ਹੀ ਭੁੱਲ ਜਾਏਗੀ, ਸਤਿਗੁਰੂ ਜੀ ਕਹਿੰਦੇ, ਫਿਰ ਤੂੰ ਆਪਣੇ ਜੀਵਨ ਨੂੰ ਸਫਲ ਕਿਵੇਂ ਬਣਾਏਗਾ। ਬਸ ਇੱਥੇ ਹੀ ਪ੍ਰੋਬਲਮ ਖੜੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜਿਹੜੇ ਸੰਸਾਰ ਦੇ ਵਿੱਚ ਤੈਨੂੰ ਖੇਡ ਖੇਡਣ ਵਾਸਤੇ ਭੇਜਿਆ ਸੀ, ਤੂੰ ਕੀਤਾ ਕੀ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਣ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਇਹ ਸੰਸਾਰ ਇੱਕ ਖੇਡ ਦਾ ਮੈਦਾਨ ਹੈ, ਇਸ ਤੋਂ ਵੱਧ ਕੇ ਹੋਰ ਕੁਝ ਨਹੀਂ। ਜਿਸ ਤਰ੍ਹਾਂ ਰਾਤ ਨੂੰ ਤੂੰ ਸੁਪਨਾ ਦੇਖਦਾ ਹੈ ਨਾ, ਉਹ ਸੁਪਨਾ ਰਿਐਲਿਟੀ ਨਹੀਂ ਹੁੰਦਾ। ਉਹ ਸੁਪਨਾ ਰਿਐਲਿਟੀ ਨਹੀਂ ਹੈ। ਜਦੋਂ ਜਾਗ ਖੁੱਲੇਗੀ, ਜਦੋਂ ਅੱਖ ਖੁੱਲੇਗੀ, ਨੀਂਦ ਵਿੱਚੋਂ ਅਸੀਂ ਜਾਗਾਂਗੇ, ਫਿਰ ਰਿਐਲਿਟੀ ਸਾਡੇ ਸਾਹਮਣੇ ਆਉਣੀ ਹੈ। ਸੁਪਨੇ ਵਿੱਚ ਕੋਈ ਰਾਜਾ ਬਣ ਜਾਂਦਾ ਹੈ, ਕੋਈ ਭਿਖਾਰੀ ਬਣ ਜਾਂਦਾ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸੱਚਮੁੱਚ ਹੀ ਰਾਜਾ, ਕੋਈ ਬਾਦਸ਼ਾਹ ਜਾਂ ਕੋਈ ਭਿਖਾਰੀ ਬਣ ਗਿਆ, ਨਹੀਂ, ਉਹ ਸੁਪਨਾ ਸੀ। ਜਿਵੇਂ ਬਾਣੀ ਦੇ ਵਿੱਚੋਂ ਤੁਹਾਨੂੰ ਬਚਨ ਮਿਲਣਗੇ, ਜਿਉਂ ਸੁਪਨੇ ਹੋਏ ਬੈਸਤ ਰਾਜਾ। ਸਤਿਗੁਰੂ ਜੀ ਕਹਿੰਦੇ, ਜਿਸ ਤਰ੍ਹਾਂ ਕੋਈ ਸੁਪਨੇ ਵਿੱਚ ਰਾਜਾ ਬਣ ਗਿਆ ਤੇ ਸਵੇਰੇ ਉੱਠ ਕੇ ਉਹ ਆਪਣੇ ਘਰਦਿਆਂ ਤੇ ਆਪਣੇ ਪਰਿਵਾਰ ਤੇ ਹੁਕਮ ਚਲਾਈ ਜਾਵੇ, ਆਪਣੇ ਮਹੱਲਿਆਂ ਵਾਲੇ ਤੇ ਹੁਕਮ ਚਲਾਈ ਜਾਵੇ, ਉਹਦਾ ਭੁਲੇਖਾ ਹੈ। ਕਿਉਂਕਿ ਉਹਨੇ ਸੁਪਨੇ ਵਿੱਚ ਆਪਣੇ ਆਪ ਨੂੰ ਰਾਜਾ ਬਣਿਆ ਦੇਖਿਆ, ਰਿਐਲਿਟੀ ਵਿੱਚ ਉਸ ਬਾਦਸ਼ਾਹ ਨਹੀਂ ਬਣਿਆ। ਸਤਿਗੁਰੂ ਜੀ ਕਹਿੰਦੇ, ਇਹ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ। ਜਿਉਂ ਸੁਪਨਾ ਅਰ ਪੇਖਣਾ। ਪੇਖਣਾ ਮਤਲਬ ਆਪਾਂ ਚਾਹੇ ਪਦਾਰਥਾਂ ਨੂੰ ਕਹਿ ਲਈਏ, ਚਾਹੇ ਆਪਾਂ ਇੱਕ ਤਮਾਸ਼ਾ, ਇੱਕ ਡਰਾਮਾ ਕਹਿ ਲਈਏ। ਸਤਿਗੁਰੂ ਜੀ ਕਹਿੰਦੇ, ਸੰਸਾਰ ਦੀ ਅਸਲੀਅਤ ਇੰਨੀ ਕੁ ਹੈ ਕਿ ਜਿਸ ਤਰ੍ਹਾਂ ਪਲੇ ਕੋਈ ਚੱਲਦਾ ਹੈ, ਕੁਝ ਸਮੇਂ ਵਾਸਤੇ ਚੱਲਦਾ ਹੈ ਪਲੇ, ਖਤਮ ਵੀ ਹੋ ਜਾਂਦਾ ਹੈ। ਕੋਈ ਮਜੀਸ਼ੀਅਨ ਆਣ ਕੇ ਆਪਣੀ ਖੇਡ ਦਿਖਾਉਂਦਾ ਹੈ, ਬੜਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਕਈ ਤਰ੍ਹਾਂ ਦੇ ਪਦਾਰਥ ਉਹ ਪੈਦਾ ਕਰ ਦਿੰਦਾ ਹੈ। ਪਰ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਵੇਗਾ, ਆਪਣਾ ਤਮਾਸ਼ਾ ਦਿਖਾਉਣ ਤੋਂ ਬਾਅਦ, ਹੁਣ ਦੇਖੋ ਉਸ ਮਜੀਸ਼ੀਅਨ ਨੇ ਬੜੀਆਂ ਚੀਜ਼ਾਂ ਪੈਦਾ ਕਰ ਦਿੱਤੀਆਂ ਜੀ, ਦੇਖਦੇ ਆ ਉਹਨੇ ਨੋਟ ਵੀ, ਪੈਸੇ ਵੀ ਬਣਾ ਦਿੱਤੇ, ਉਹ ਕਈ ਹੋਰ ਕਾਰਾਂ ਵੀ ਪੈਦਾ ਕਰਦਾ ਹੈ, ਬੜਾ ਕੁਝ ਬਣਾ ਦੇਗਾ। ਪਰ ਜਦੋਂ ਉਹ ਆਪਣੀ ਖੇਡ ਨੂੰ ਕੰਪਲੀਟ ਕਰਦਾ ਹੈ, ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਾਂ ਤੁਸੀਂ ਇੰਡੀਆ ਦੇ ਵਿੱਚ ਕਿਤੇ ਦੇਖਿਆ ਹੋਏ, ਆਪਣਾ ਤਮਾਸ਼ਾ ਦਿਖਾਉਣ ਤੋਂ ਬਾਅਦ ਉਹ ਮਜੀਸ਼ੀਅਨ, ਉਹ ਜਾਦੂਗਰ ਹੱਥ ਦੇ ਵਿੱਚ ਕੋਈ ਬਰਤਨ ਪਕੜ ਕੇ ਲੋਕਾਂ ਦੇ ਕੋਲੋਂ ਪੈਸੇ ਮੰਗਦਾ ਹੈ। ਇਹਦਾ ਮਤਲਬ ਉਹ ਜੋ ਕੁਝ ਉਸਨੇ ਦਿਖਾਇਆ ਉਹ ਰਿਐਲਿਟੀ ਨਹੀਂ ਸੀ, ਉਹ ਕੇਵਲ ਸਾਡੇ ਇੰਜੋਇਮੈਂਟ ਵਾਸਤੇ, ਐਂਟਰਟੇਨਮੈਂਟ ਕਰਦਾ ਪਿਆ ਸੀ ਸਾਡੀ। ਸਤਿਗੁਰੂ ਜੀ ਕਹਿੰਦੇ, ਇਹ ਸੰਸਾਰ ਦੀ ਅਸਲੀਅਤ ਵੀ ਇੰਨੀ ਕੁ ਹੈ। ਪਰ ਜਿਹੜਾ ਸੁਪਨੇ ਵਿੱਚ ਜਿਉਂਦਾ ਹੈ, ਉਹ ਇਸ ਨੂੰ ਅਸਲੀ ਸਮਝ ਕੇ ਬੈਠ ਜਾਂਦਾ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ, ਕਹਿੰਦੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸੁਪਨੇ ਨੂੰ ਅਸਲੀਅਤ ਮੂਰਖ ਸਮਝਦਾ ਹੈ। ਮੂਰਖ ਤੋਂ ਇਲਾਵਾ ਕੋਈ ਸੁਪਨੇ ਨੂੰ ਰਿਐਲਿਟੀ ਨਹੀਂ ਜੇ ਸਮਝਦਾ। ਪਰ ਸਤਿਗੁਰੂ ਜੀ ਕਹਿੰਦੇ, ਸੰਸਾਰ ਦੇ ਲੋਕਾਂ ਨੇ ਇਹ ਸੰਸਾਰ ਨੂੰ, ਜਿਹੜਾ ਕਿ ਇੱਕ ਸੁਪਨੇ ਦੀ ਤਰ੍ਹਾਂ ਹੈ, ਇਸ ਸੰਸਾਰ ਨੂੰ ਹੀ ਰਿਐਲਿਟੀ ਸਮਝ ਲਿਆ, ਜਿਹਦੇ ਕਰਕੇ ਇਨਸਾਨ ਆਪਣੀ ਮੰਜ਼ਿਲ ਨੂੰ ਭੁੱਲ ਗਿਆ ਹੈ। ਤੇ ਯਾਦ ਰਹੇ ਸਾਧ ਸੰਗਤ, ਜਿਹੜਾ ਸੁਪਨਾ ਹੈ ਨਾ, ਇਹ ਸੁਪਨਾ ਡਿਪੈਂਡ ਕਰਦਾ ਹੈ ਸਾਡੇ ਥਾਟਸ ਦੇ ਉੱਤੇ। ਸਾਡੀ ਥਿੰਕਿੰਗ ਕਿਵੇਂ ਦੀ ਹੈ,
ਮੈਂ ਕੀ ਸੋਚਦਾ ਪਿਆ, ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਸੁਪਨੇ ਦਾ ਬੇਸ ਇਹ ਹੈ, ਜੋ ਮੇਰੇ ਅੰਦਰ ਚੱਲ ਰਿਹਾ ਹੈ, ਜਿਸ ਤਰ੍ਹਾਂ ਦੀ ਮੇਰੀ ਥਿੰਕਿੰਗ ਹੈ, ਉਸੇ ਤਰ੍ਹਾਂ ਦਾ ਰਾਤ ਨੂੰ ਮੈਨੂੰ ਸੁਪਨਾ ਆਏਗਾ। ਤੇ ਕਈ ਨਾ ਜੀ ਕਹਿ ਦਿੰਦੇ ਨੇ ਕਿ ਆਉਂਦੇ ਨੇ, ਗੁਰੂ ਘਰ ਵੀ ਆਉਂਦੇ ਨੇ, ਇੱਥੇ ਵੀ ਆਉਂਦੇ ਨੇ, ਇੰਡੀਆ ਦੇ ਵਿੱਚ ਵੀ ਆਉਂਦੇ ਨੇ, ਗਿਆਨੀ ਜੀ ਰਾਤ ਨੂੰ ਡਰ ਬੜਾ ਲੱਗਦਾ, ਸੁਪਨੇ ਬੜੇ ਡਰਾਉਣੇ ਆਉਂਦੇ ਨੇ। ਉਹ ਡਰ ਅਸਲ 'ਚ ਅੰਦਰ ਬੈਠਾ ਹੋਇਆ ਹੈ। ਡਰ ਹੈ ਨਾ ਜਿਹੜਾ, ਉਹ ਅੰਦਰ ਬੈਠਾ ਹੋਇਆ ਹੈ। ਉਹ ਅੰਦਰਲਾ ਡਰ ਫਿਰ ਸੁਪਨੇ ਦੇ ਵਿੱਚ ਹੋਰ ਡਰਾਉਂਦਾ ਹੈ। ਅੰਦਰ ਡਰਾਉਣੇ ਵਿਚਾਰ ਚੱਲਦੇ ਪਏ ਨੇ, ਡਰਾਵਣੇ ਥਾਟਸ ਚੱਲਦੇ ਪਏ ਨੇ ਅੰਦਰ। ਬਸ ਉਹੀ ਥਾਟਸ ਬਾਅਦ ਰਾਤ ਨੂੰ ਸੁੱਤੇ ਪਿਆ ਸੁਪਨੇ ਦਾ ਰੂਪ ਲੈ ਕੇ ਸਾਹਮਣੇ ਆਉਂਦੇ ਨੇ। ਤੇ ਸਵੇਰੇ ਆਣ ਕੇ ਕਿਸੇ ਪੰਡਤ ਜੀ ਕੋਲ ਜਾਂ ਕਿਸੇ ਗਿਆਨੀ ਜੀ ਕੋਲ ਆਣ ਕੇ ਫਿਰ ਕਹਿ ਦਿੱਤਾ ਜਾਂਦਾ ਹੈ, ਜੀ ਗਿਆਨੀ ਜੀ ਡਰ ਬੜਾ ਲੱਗਦਾ ਹੈ ਰਾਤ ਨੂੰ। ਤੇ ਫਿਰ ਸਾਡੇ ਵਰਗੇ ਵੀ ਸਲਾਹਾਂ ਦੇਣ ਵਾਸਤੇ ਬੜੇ ਹੁੰਦੇ ਨੇ ਜੀ ਤਿਆਰ। ਉਹ ਤਾਂ ਚਾਹੁੰਦੇ ਨੇ ਕਿ ਕੋਈ ਆਵੇ ਤੇ ਮੈਂ ਸਲਾਹ ਦੇਵਾਂ ਤੇ ਮੇਰੀ ਦੁਕਾਨ ਚੱਲਦੀ ਰਹੇ। ਬਸ ਇਹਨਾਂ ਕਮਜ਼ੋਰੀਆਂ ਦਾ ਫਾਇਦਾ ਜਿਹੜਾ ਨਾ ਸਾਡੇ ਵਰਗੇ ਲੋਕ ਉਠਾਉਂਦੇ ਨੇ। ਅਸਲ 'ਚ ਸਾਧ ਸੰਗਤ ਸੁਪਨਾ ਜਿਹੜਾ ਹੈ ਸਾਡੇ ਥਾਟਸ ਦੇ ਉੱਤੇ ਡਿਪੈਂਡ ਕਰਦਾ। ਜੇ ਸਾਡੇ ਥਾਟਸ ਚੰਗੇ ਨੇ, ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਨੇ ਨਾ, ਸਾਡੇ ਕਪਾਟ, ਸਾਡੇ ਡੋਰਸ ਖੋਲਦੇ ਪਏ ਨੇ। ਸਤਿਗੁਰੂ ਜੀ ਕਹਿੰਦੇ ਇਨ ਮੈਂ ਕਸ਼ ਸਾਚੋ ਨਹੀਂ, ਆ ਜੋ ਕੁਝ ਤੂੰ ਦੇਖਦਾ ਪਿਆ ਇਹ ਸਦਾ ਰਹਿਣ ਵਾਲਾ ਨਹੀਂ ਹੈ, ਇਹ ਖਤਮ ਹੋ ਜਾਣਾ ਹੈ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਸਤਿਗੁਰੂ ਜੀ ਕਹਿੰਦੇ ਜੋ ਕੁਝ ਵੀ ਦੇਖਦਾ ਪਿਆ, ਤੇਰੇ ਕੋਲ ਦੌਲਤ ਹੈ, ਤੂੰ ਜ਼ਮੀਨ ਜਾਇਦਾਦ ਬਣਾ ਕੇ ਬੈਠਾ ਹੈ, ਸਤਿਗੁਰੂ ਜੀ ਕਹਿੰਦੇ ਸਭ ਕੁਝ ਖਤਮ ਹੋ ਜਾਣ ਵਾਲਾ, ਰਹਿਣ ਵਾਲਾ ਥੋੜੀ ਨਾ ਹੈ। ਇਨ ਮੈਂ ਕਸ਼ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਇੱਕ ਭਗਵਾਨ ਤੋਂ, ਇੱਕ ਰੱਬ ਤੋਂ ਇਲਾਵਾ ਹੋਰ ਕੁਝ ਸਦਾ ਰਹਿਣ ਵਾਲਾ ਨਹੀਂ ਜੀ। ਇੱਕ ਪ੍ਰਮਾਤਮਾ ਤੋਂ ਬਿਨਾਂ ਨਥਿੰਗ ਇਜ਼ ਐਵਰਲਾਸਟਿੰਗ, ਇੱਕ ਉਹੀ ਰਹੇਗਾ। ਤੇ ਜਦੋਂ ਇਹ ਗੱਲ ਸਮਝ ਪੈ ਜਾਏ, ਦਿਮਾਗ ਦੇ ਵਿੱਚ ਆ ਜਾਏ ਕਿ ਰੱਬ ਤੋਂ ਬਿਨਾਂ ਕੁਝ ਨਹੀਂ ਰਹਿਣਾ, ਫਿਰ ਇਨਸਾਨ ਰੱਬ ਦੀ ਯਾਦ ਵਿੱਚ ਜੁੜਦਾ ਹੈ। ਜਦੋਂ ਰੱਬ ਦੀ ਯਾਦ ਵਿੱਚ ਜੁੜਨਾ ਸ਼ੁਰੂ ਕਰਦਾ ਹੈ, ਫਿਰ ਇਹਦੇ ਥਾਟਸ ਜਿਹੜੇ ਨੇ ਉਹ ਕਲੀਅਰ ਹੋਣੇ ਸਟਾਰਟ ਹੋ ਜਾਂਦੇ ਨੇ। ਅੰਦਰੋਂ ਡਰ ਖਤਮ ਹੋਣਾ ਸ਼ੁਰੂ ਹੋ ਜਾਂਦਾ। ਨਾ ਤਾਂ ਫਿਰ ਰਾਤ ਨੂੰ ਡਰਾਵਣੇ ਸੁਪਨੇ ਹੀ ਆਉਂਦੇ ਨੇ, ਨਾ ਇਨਸਾਨ ਕਿਸੇ ਦੀ ਨਿੰਦਿਆ ਕਰਦਾ ਹੈ, ਨਾ ਕਿਸੇ ਦੀ ਚੁਗਲੀ ਕਰਦਾ ਹੈ। ਜਦੋਂ ਥਾਟਸ ਹੀ ਸਾਫ਼ ਹੋ ਗਏ, ਕਲੀਨ ਹੋ ਗਏ, ਫਿਰ ਸਤਿਗੁਰੂ ਜੀ ਕਹਿੰਦੇ ਤੂੰ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰਨਾ ਹੈ। ਫਿਰ ਤੂੰ ਕੀ ਬਣ ਜਾਣਾ ਹੈ? ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ। ਫਿਰ ਤੂੰ ਲਾਹਾ ਲੈ ਕੇ ਜਾਏਗਾ, ਤੂੰ ਫਿਰ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਏਗਾ। ਪਰ ਸ਼ਰਤ ਕੀ ਹੈ? ਤੈਨੂੰ ਇਸ ਗੱਲ ਨੂੰ ਸਮਝ ਕੇ ਚੱਲਣਾ ਪਏਗਾ ਕਿ ਇਨ ਮੈਂ ਕਸ਼ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਕਹਿੰਦੇ ਕਿਸੇ ਨੌਜਵਾਨ ਨੇ ਇੱਕ ਬਜ਼ੁਰਗ ਨੂੰ ਸਵਾਲ ਕੀਤਾ, ਕਹਿੰਦਾ ਬਾਬਾ ਕਿਰਪਾ ਕਰਕੇ ਮੈਨੂੰ ਦੱਸੋ ਕਿ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਹਾਲ ਕਿਵੇਂ ਬਤੀਤ ਕੀਤੀ ਜਾ ਸਕਦੀ ਹੈ। ਹਾਊ ਕੈਨ ਆਈ ਸਪੈਂਡ ਮਾਈ ਲਾਈਫ ਹੈਪੀਲੀ, ਮੈਂ ਕਿਵੇਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਦੇ ਨਾਲ ਬਤੀਤ ਕਰ ਸਕਦਾ। ਉਹਨੇ ਜਵਾਬ ਬੜਾ ਪਿਆਰਾ ਦਿੱਤਾ। ਇੱਥੇ ਮੈਂ ਇੱਕ ਇਤਿਹਾਸ ਦਾ ਪੱਖ ਵੀ ਰੱਖ ਦਵਾਂ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇੱਕ ਮੁਸਲਮਾਨ ਔਰਤ ਆਈ। ਮਨ ਦੇ ਵਿੱਚ ਵਿਚਾਰ ਕੀ ਸੀ ਕਿ ਮੈਂ ਦੀਦਾਰ ਕਰਾਂ, ਮੈਂ ਦੇਖਾਂ ਜਿਹੜਾ ਸਿੱਖਾਂ ਦਾ ਗੁਰੂ ਹੈ। ਮੈਂ ਖੂਬਸੂਰਤ ਬੜੀ, ਰੱਬ ਨੇ ਸੁੰਦਰਤਾ ਬੜੀ ਦਿੱਤੀ ਹੈ, ਮੇਰੀ ਸੁੰਦਰਤਾ ਦੇਖ ਕੇ ਉਹ ਡੋਲ ਜਾਏਗਾ। ਦਰਬਾਰ ਵਿੱਚ ਗਈ, ਸਤਿਗੁਰਾਂ ਦੇ ਸਾਹਮਣੇ ਜਾ ਕੇ ਖੜੀ ਹੋਈ, ਖਲੋਤੀ ਰਹੀ। ਸਤਿਗੁਰਾਂ ਨੇ ਦੇਖਿਆ ਤੱਕ ਨਹੀਂ। ਫਿਰ ਉਹਨੇ ਹੱਥ ਜੋੜੇ ਤੇ ਸਵਾਲ ਕੀਤਾ, ਕਹਿਣ ਲੱਗੇ ਤੁਸੀਂ ਇੰਨਾ ਆਪਣੇ ਮਨ ਦੇ ਉੱਤੇ ਕੰਟਰੋਲ ਕੀਤਾ ਕਿਵੇਂ ਹੋਇਆ ਹੈ? ਤੇ ਸਤਿਗੁਰਾਂ ਨੇ ਉੱਥੇ ਇੱਕ ਗੱਲ ਕਹੀ, ਜਿਹੜੀ ਗੱਲ ਸਾਨੂੰ ਵੀ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਕੰਟਰੋਲ ਆਏਗਾ ਜੀਵਨ ਦੇ ਵਿੱਚ ਜੇਕਰ ਇਨਸਾਨ ਦੋ ਗੱਲਾਂ ਨਾ ਭੁੱਲੇ। ਦੋ ਗੱਲਾਂ ਨਾ ਭੁੱਲੇ, ਜੀਵਨ ਦੇ ਵਿੱਚ ਟਿਕਾ ਆ ਜਾਏਗਾ, ਕੰਟਰੋਲ ਆ ਜਾਏਗਾ। ਕਿਹੜੀਆਂ ਦੋ ਗੱਲਾਂ? ਸਤਿਗੁਰੂ ਜੀ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿ ਇਨਸਾਨ ਨੂੰ ਰੱਬ ਨਾ ਭੁੱਲੇ, ਰੱਬ ਨਾ ਭੁੱਲੇ। ਦੂਜੀ ਕਹਿਣ ਲੱਗੇ ਦੂਜੀ ਮੌਤ ਨਾ ਭੁੱਲੇ। ਜਦੋਂ ਇਹ ਦੋਵੇਂ ਗੱਲਾਂ ਇਨਸਾਨ ਨੂੰ ਯਾਦ ਹੋਣਗੀਆਂ, ਮਨ ਭਟਕੇਗਾ ਨਹੀਂ। ਨੌਜਵਾਨ ਕਹਿੰਦਾ ਬਾਬਾ ਮੈਨੂੰ ਦੱਸ ਜ਼ਿੰਦਗੀ ਕਿਵੇਂ ਖੁਸ਼ੀ ਦੇ ਨਾਲ ਬਤੀਤ ਕੀਤੀ ਜਾ ਸਕਦੀ ਹੈ? ਤੇ ਉਹਨੇ ਜਵਾਬ ਬੜਾ ਪਿਆਰਾ ਦਿੱਤਾ, ਛੋਟਾ ਜਿਹਾ ਜਵਾਬ। ਕਹਿੰਦਾ ਜਿਹੜਾ ਵੀ ਪਲ ਤੇਰੇ ਕੋਲ ਹੈ, ਜਿਹੜੇ ਤੇਰੇ ਸਾਹ ਚੱਲਦੇ ਪਏ ਨੇ, ਤੂੰ ਹਰ ਇੱਕ ਸਾਹ ਨੂੰ ਆਪਣਾ ਲਾਸਟ ਸਾਹ ਮੰਨ ਕੇ ਚੱਲ।
ਆਪਣਾ ਲਾਸਟ ਸਾਹ। ਇਹ ਇਸ ਤਰ੍ਹਾਂ ਸੋਚ ਕਿ ਜਿਹੜਾ ਸਾਹ ਬਾਹਰ ਨਿਕਲਿਆ ਹੈ ਇਹ ਮੇਰਾ ਲਾਸਟ ਸਵਾਸ ਹੈ, ਲਾਸਟ ਬ੍ਰੈਥ ਹੈ। ਜ਼ਿੰਦਗੀ ਤੇਰੀ ਖੁਸ਼ੀ ਦੇ ਨਾਲ ਬਤੀਤ ਹੋਏਗੀ। ਇਹਦੇ ਪਿੱਛੇ ਰੀਜ਼ਨ ਕੀ ਹੈ? ਜਦੋਂ ਇਨਸਾਨ ਇਸ ਸੰਸਾਰ ਦੀ ਨਾਸ਼ਮਾਨਤਾ ਨੂੰ, ਮਤਲਬ ਕਿ ਖਤਮ ਹੋ ਜਾਣ ਵਾਲਾ ਹੈ ਸਭ ਕੁਝ, ਮੈਂ ਵੀ ਇੱਕ ਦਿਨ ਖਤਮ ਹੋ ਜਾਣਾ, ਜਦੋਂ ਇਹ ਗੱਲ ਇਨਸਾਨ ਦੇ ਅੰਦਰ ਪੱਕੇ ਤੌਰ ਤੇ ਬੈਠ ਜਾਏਗੀ ਨਾ, ਫਿਰ ਇਨਸਾਨ ਦੇ ਅੰਦਰੋਂ ਈਰਖਾ, ਨਿੰਦਾ, ਚੁਗਲੀਆਂ, ਜਿੰਨੇ ਵੀ ਵਾਇਸਸ ਨੇ ਸਾਰੇ ਖਤਮ ਹੋ ਜਾਣਗੇ। ਰੱਬ ਯਾਦ ਹੋਵੇ, ਮੌਤ ਯਾਦ ਹੋਵੇ, ਤੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਇਨਸਾਨ ਦਾ ਜੀਵਨ ਜਿਹੜਾ ਉਹ ਸੰਜਮ ਦੇ ਵਿੱਚ ਆ ਜਾਏਗਾ। ਜਿਹਦਾ ਸੰਜਮ ਦੇ ਵਿੱਚ ਜੀਵਨ ਆ ਗਿਆ ਉਹ ਇਨਸਾਨ ਫਿਰ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦਾ, ਹਾਰੇਗਾ ਕਦੇ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਵਾਰ-ਵਾਰ ਸਾਨੂੰ ਯਾਦ ਦਿਵਾਇਆ ਗੁਰਬਾਣੀ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਵਾਰ-ਵਾਰ ਪੜੋਗੇ ਕਿ ਸਤਿਗੁਰਾਂ ਨੇ ਇਸ ਸੰਸਾਰ ਨੂੰ ਜਿੱਥੇ ਸੁਪਨਾ ਕਿਹਾ, ਉੱਥੇ ਨਾਲ ਧੂਏ ਦਾ ਪਹਾੜ ਵੀ ਕਿਹਾ। ਧੂਏ ਦਾ ਪਹਾੜ, ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿਹ ਵਿਚਾਰ। ਤੂੰ, ਸਤਿਗੁਰੂ ਜੀ ਕਹਿੰਦੇ, ਇਹਨੂੰ ਸੱਚਾ ਕਿਵੇਂ ਮੰਨ ਕੇ ਬੈਠ ਗਿਆ ਹੈ? ਤੂੰ ਇਹ ਕਿਵੇਂ ਸਮਝ ਲਿਆ ਕਿ ਇਹ ਸੰਸਾਰ ਸਦਾ ਹੀ ਰਹਿਣ ਵਾਲਾ ਹੈ? ਇਹ ਤਾਂ ਇੱਕ ਧੂਏ ਦਾ ਪਹਾੜ ਹੈ। ਧੂਏ ਦਾ ਪਹਾੜ ਸਮਝਦੇ ਹੋ? ਪਹਾੜ ਹੁੰਦਾ ਜੀ ਮਾਊਂਟੇਨ, ਧੂਆਂ ਹੁੰਦਾ ਜੀ ਸਮੋਕ। ਸਤਿਗੁਰੂ ਜੀ ਕਹਿੰਦੇ ਇਹ ਤਾਂ ਧੂਏ ਦਾ ਪਹਾੜ ਹੈ। ਜਦੋਂ ਅੱਗ ਲੱਗੇ ਕਿਤੇ ਜਾਂ ਅੱਗ ਬਾਲੀਏ, ਧੂਆਂ ਉੱਪਰ ਨੂੰ ਉੱਠਦਾ ਹੈ, ਸਮੋਕ ਉੱਪਰ ਜਾਂਦਾ ਹੈ। ਤੇ ਜਦੋਂ ਕਾਫੀ ਜ਼ਿਆਦਾ ਸਮੋਕ ਹੋਵੇ ਉੱਪਰ, ਦੂਰੋਂ ਵੇਖਣ ਨੂੰ ਲੱਗਦਾ ਕਿ ਸ਼ਾਇਦ ਦੂਰ ਕਿਤੇ ਪਹਾੜ ਹੈ, ਪਰ ਜਦੋਂ ਹਵਾ ਚੱਲਦੀ ਹੈ ਨਾ ਤੇਜ਼, ਉਹ ਹਵਾ ਉਸ ਪਹਾੜ ਨੂੰ ਆਪਣੇ ਨਾਲ ਹੀ ਉਡਾ ਕੇ ਲੈ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਸੰਸਾਰ ਦੀ ਅਸਲੀਅਤ ਇੰਨੀ ਕੁ ਹੈ ਜਿਹਨੂੰ ਤੂੰ ਅਸਲੀ ਸਮਝ ਕੇ ਬੈਠ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਰਿਮਾਈਂਡ ਕਰਾਉਂਦੇ ਨੇ, ਕਹਿੰਦੇ ਅਨੇਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧਾ ਨਾਨਕ ਸੁਪਨ ਮਨੋਰਥ ਮਾਇਆ। ਅਨੇਕ ਲੀਲਾ ਰਾਜ ਰਸ ਰੂਪੰ, ਅਜੋ ਕੁਝ ਵੀ ਸਾਡੇ ਕੋਲ ਹੈ ਜੀ। ਕੋਈ ਰਾਜਾ ਹੈ, ਕੋਈ ਮਹਾਰਾਜਾ ਹੈ, ਕੋਈ ਬਾਦਸ਼ਾਹ ਹੈ, ਕਿ ਕੋਈ ਗਰੀਬ ਹੈ, ਕਿਸੇ ਦੇ ਕੋਲ ਕੋਈ ਮਿਡਲ ਕਲਾਸ ਦੇ ਨਾਲ ਸੰਬੰਧ ਰੱਖਦਾ ਹੈ। ਜੋ ਕੁਝ ਵੀ ਕਿਸੇ ਦੇ ਕੋਲ ਹੈ, ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਇੱਕ ਸੁਪਨਾ ਹੈ, ਇਹ ਅਸਲੀਅਤ ਨਹੀਂ ਹੈ। ਅਨੇਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧਾ। ਮੂਰਖ ਜਿਹੜਾ ਹੈ ਨਾ, ਇਹਦੇ ਨਾਲ ਮੋਹ ਪਾ ਕੇ ਬਹਿੰਦਾ ਸੁਪਨੇ ਦੇ ਨਾਲ। ਰਚੰਤ ਮੂੜ ਅਗਿਆਨ ਅੰਧਾ ਨਾਨਕ ਸੁਪਨ ਮਨੋਰਥ ਮਾਇਆ। ਸੁਪਨੇ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ, ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਧਰੋ। ਸਤਿਗੁਰੂ ਜੀ ਕਹਿੰਦੇ ਇਹ ਧੋਖਾ ਹੈ ਜਿਹਦੇ ਵਿੱਚ ਤੂੰ ਫਸ ਚੁੱਕਾ ਹੈ, ਇਹ ਇਲੂਸ਼ਨ ਹੈ, ਹੋਰ ਕੁਝ ਵੀ ਨਹੀਂ। ਤੇ ਜਦੋਂ ਤੇਰੀ ਜਾਗ ਕਿਤੇ ਖੁੱਲੇਗੀ ਗੁਰੂ ਕਿਰਪਾ ਸਦਕਾ, ਜਦੋਂ ਤੈਨੂੰ ਰਿਐਲਿਟੀ ਦਾ ਪਤਾ ਲੱਗੇਗਾ, ਜਦੋਂ ਤੂੰ ਉਸ ਭਗਵਾਨ ਦੀ ਯਾਦ ਵਿੱਚ ਜੁੜੇਗਾ ਨਾ, ਫਿਰ ਤੇਰੀਆਂ ਅੱਖਾਂ ਖੁੱਲਣਗੀਆਂ। ਤੇ ਜਦੋਂ ਅੱਖਾਂ ਖੁੱਲ ਗਈਆਂ, ਸੁਪਨਾ ਟੁੱਟੇਗਾ, ਫਿਰ ਤੂੰ ਆਪਣੀ ਮੰਜ਼ਿਲ ਵੱਲ ਵਧਣਾ ਸਟਾਰਟ ਕਰੇਗਾ। ਯਾਦ ਰਹੇ, ਖਿਡਾਰੀ ਬਣੀਏ, ਰੈਫਰੀ ਬਣਨ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਜੇ ਰੈਫਰੀ ਬਣ ਗਏ ਮੰਜ਼ਿਲ ਨਹੀਂ ਜੇ ਮਿਲਣੀ, ਉਹਦੀ ਕੋਈ ਮੰਜ਼ਿਲ ਨਹੀਂ ਜੇ ਹੈਗੀ। ਘੁੰਮਦੇ ਰਵਾਂਗੇ ਰਾਉਂਡ ਰਾਉਂਡ, ਪਹੁੰਚ ਕੇ ਤੇ ਨਹੀਂ ਪਾਉਣਾ। ਸਾਡੀ ਹਾਲਤ ਫਿਰ ਉਸ ਜਿਹੜਾ ਤੇਲੀ ਹੁੰਦਾ ਹੈ ਨਾ ਜੀ, ਤੇਲੀ ਤੇਲ ਕੱਢਣ ਵਾਲਾ, ਉਹਦੇ ਬਲਦ ਵਰਗੀ ਹੋ ਜਾਏਗੀ। ਘੁੰਮਦੇ ਰਵਾਂਗੇ ਚਾਰੇ ਪਾਸੇ, ਮੰਜ਼ਿਲ ਕਿਤੇ ਨਹੀਂ ਮਿਲਣੀ। ਪਲੇਅਰ ਬਣੀਏ। ਪਲੇਅਰ ਕੈਸਾ? ਜਿਹੜਾ ਇੱਕ ਡੈਸਟੀਨੇਸ਼ਨ ਸਾਹਮਣੇ ਰੱਖ ਕੇ ਚੱਲਦਾ ਪਿਆ ਹੈ। ਰੈਫਰੀ ਵਾਂਗੂ ਕਿਸੇ ਦੀਆਂ ਗਲਤੀਆਂ, ਕਿਸੇ ਦੇ ਨਾਲ ਈਰਖਾ, ਕਿਸੇ ਦੇ ਨਾਲ ਵੈਰ ਵਿਰੋਧ, ਇਹੋ ਜਿਹੀਆਂ ਗੱਲਾਂ ਸਾਰੀਆਂ ਛੱਡ ਕੇ ਆਪਣੀ ਗੇਮ, ਆਪਣੀ ਜ਼ਿੰਦਗੀ ਦੀ ਖੇਡ ਨੂੰ ਸਹੀ ਤਰੀਕੇ ਦੇ ਨਾਲ ਖੇਡੀਏ। ਸਹੀ ਤਰੀਕਾ ਕਿਹੜਾ? ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਪਏ ਨੇ, ਕਹਿੰਦੇ ਤੂੰ ਸੰਸਾਰ ਨੂੰ ਅਸਲੀ ਨਾ ਸਮਝ, ਇਹ ਇੱਕ ਦਿਨ ਖਤਮ ਹੋ ਜਾਣਾ ਹੈ। ਜੋ ਕੁਝ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਾ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ। ਜਦੋਂ ਰੱਬ ਦੀ ਉਸ ਦੀ ਮੌਜ ਹੋਈ, ਉਹ ਮੌਜ ਦੇ ਵਿੱਚ ਆਇਆ, ਉਸਨੇ ਸੰਸਾਰ ਪੈਦਾ ਕਰ ਦਿੱਤਾ, ਜੀਵਾਂ ਨੂੰ ਪੈਦਾ ਕਰ ਦਿੱਤਾ। ਤੇ ਜਦੋਂ ਉਹਨੇ ਮੌਜ ਦੇ ਵਿੱਚ ਆਉਣਾ ਹੈ, ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਤੇ ਜਦੋਂ ਉਹਦੀ ਮੌਜ ਆਈ, ਉਹਨੇ ਜੋ ਕੁਝ ਵੀ ਕ੍ਰੀਏਟ ਕੀਤਾ ਸੀ, ਉਸ ਸਭ ਕੁਝ ਨੂੰ ਸਮੇਟ ਲੈਣਾ ਹੈ, ਆਪਣੇ ਵਿੱਚ ਸਮਾ ਲੈਣਾ ਹੈ। ਇੰਨੀ ਕੁ ਇਸ ਸੰਸਾਰ ਦੀ ਖੇਡ ਹੈ। ਤੇ ਇਸ ਨੂੰ ਸਮਝ ਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤੂੰ ਉਸ ਭਗਵਾਨ ਦੀ ਯਾਦ ਵਿੱਚ ਜੁੜ ਜਾ, ਜਿਸ ਭਗਵਾਨ ਨੇ ਇਸ ਨੂੰ ਪੈਦਾ ਕੀਤਾ ਹੈ। ਤੇ ਜਦੋਂ ਉਹਦੀ ਯਾਦ ਵਿੱਚ ਜੁੜੇਗਾ, ਤੇਰਾ ਸੁਪਨਾ ਟੁੱਟੇਗਾ। ਸੁਪਨਿਆਂ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਤੂੰ ਰਿਐਲਿਟੀ ਵਿੱਚ ਆਏਗਾ। ਜਿਸ ਦਿਨ ਰਿਐਲਿਟੀ ਵਿੱਚ ਆ ਗਿਆ, ਤੇਰਾ ਜੀਵਨ ਸਫਲ ਹੋ ਜਾਏਗਾ। ਜੀਵਨ ਨੂੰ ਸਫਲ ਬਣਾਉਣਾ ਹੀ
ਸਤਿਗੁਰਾਂ ਦਾ ਮਨੋਰਥ ਹੈ। ਜੀਵਨ ਨੂੰ ਸਫਲ ਬਣਾਉਣਾ ਹੀ ਸਾਡੀ ਜ਼ਿੰਦਗੀ ਦੀ ਡੈਸਟੀਨੇਸ਼ਨ ਹੈ। ਗੁਰੂ ਕਿਰਪਾ ਕਰੇ ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਸਮਝ ਦੇ ਵਿੱਚ ਆ ਜਾਏ, ਸੁਪਨਿਆਂ ਦੀ ਜ਼ਿੰਦਗੀ ਛੱਡ ਕੇ ਰਿਐਲਿਟੀ ਵਿੱਚ ਆ ਕੇ ਕਿਤੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।